ਪਹਿਲਾਂ ਤਾਂ ਜੀ ਕੇਂਸ ਪੰਜਾਬੀ ਨਿਊਜ਼ ਦਾ ਮੇਰੇ ਵੱਲੋਂ ਸੁਖਵਿੰਦਰ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਸਾਡੀ ਇਹ ਆਵਾਜ਼ ਇਨਸਪੇਲ ਕੇਂਸ ਆਸਟ੍ਰੇਲੀਆ ਤੋਂ ਇੰਡੀਆ ਤੱਕ ਜਾਂ ਦੀਨ ਦੁਨੀਆ ਜਿੱਥੇ ਵੀ ਆਪਣੇ ਭਾਰਤੀ ਭਾਈਚਾਰਾ ਜਾਂ ਕਿਸਾਨੀ ਭਾਈਚਾਰਾ ਵਸਦਾ ਉੱਥੇ ਤੱਕ ਸਾਡੀ ਆਵਾਜ਼ ਪਹੁੰਚਾ ਰਹੀ ਆ। ਬਹੁਤ ਬਹੁਤ ਧੰਨਵਾਦ ਆ। ਅਤੇ ਦੂਜਾ ਗੱਲ ਦੇਖੋ ਬਾਈ ਜੀ, ਜਿਹੜੇ ਆ 3 ਬਿੱਲ ਖੇਤੀ ਦੇ ਸਰਕਾਰ ਨੇ ਲੈ ਕੇ ਆਉਂਦੇ ਆ ਉੱਥੇ ਇੰਡੀਆ ਦੇ ਵਿੱਚ, ਇਹ ਬਿਲਕੁਲ ਰੱਦ ਹੋਣੇ ਚਾਹੀਦੇ ਆ। ਕਿਉਂਕਿ ਜਿਹੜੀ ਇਹ ਖੇਤੀ ਇੰਡੀਆ ਦੇ ਵਿੱਚ ਚੱਲਦੀ ਪਈ ਆ, ਦੇਖੋ ਆਮ ਪਰਿਵਾਰ ਜਿਹੜੇ ਕਿ ਉਹ ਇਸ ਟਾਈਮ ਖੇਤੀ ਕਰਦੇ ਪਏ ਆ, ਪਰ ਜੇ ਇਹ ਬਿੱਲ ਆ ਜਾਂਦੇ ਆ ਹੋਣ ਦੇ ਵਿੱਚ ਅਤੇ ਖੇਤੀ ਕੁਛ ਕੁ ਪਰਿਵਾਰਾਂ ਦੇ ਹੱਥ ਵਿੱਚ ਚੱਲ ਜੂਗੀ ਉੱਥੇ, ਜਾਣੀ ਕਿ ਕਾਰਪੋਰੇਟਾਂ ਦੇ ਹੱਥ ਵਿੱਚ ਚੱਲ ਜੂਗੀ, ਅਤੇ ਆਮ ਲੋਕ ਜਿਹੜੇ ਕਿ 5-10 ਕਿੱਲੇ ਜਾਂ 2-4 ਕਿੱਲਿਆਂ ਦੇ ਉੱਤੇ ਗੁਜ਼ਾਰਾ ਕਰਦੇ ਆ ਉਹ ਇਸ ਕਿੱਤੇ ਤੋਂ ਦੂਰ ਹੋ ਜਾਣਗੇ। ਅਤੇ ਉਹ ਤੋਂ ਬਾਅਦ ਜਿਹੜਾ ਕਿ ਹਾਲ ਤੁਹਾਨੂੰ ਪਤਾ ਹੀ ਆ ਕਿ ਸਟੋਰਾਂ ਦੇ ਉੱਤੋਂ ਮਹਿੰਗੇ ਭਾਅ ਦੇ ਉੱਤੇ ਚੀਜ਼ਾਂ ਲੈਣ ਨੂੰ ਸਾਨੂੰ ਮਜਬੂਰ ਹੋਣਾ ਪੈਣਾ, ਅਤੇ ਉਹ ਚੀਜ਼ ਕਿਤੇ ਨਾ ਕਿਤੇ ਸਾਨੂੰ ਬਹੁਤ ਲੰਬੇ ਟਾਈਮ ਤੱਕ ਜਾ ਕੇ ਬਹੁਤ ਫਰਕ ਪਾਊਗੀ ਉਹ ਚੀਜ਼। ਇਸ ਕਰਕੇ ਬਿਲਕੁਲ ਹੀ ਰੱਦ ਹੋਣੇ ਚਾਹੀਦੇ ਆ। ਇਹ 'ਚ ਨਾਲ ਹੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਚਾਹੀਦੀ। ਇੱਕ ਦਿਨ ਕਿਸੇ ਦੀ ਵੇਟ ਕਰਨੀ ਹੋਵੇ ਅਸੀਂ ਵੇਟ ਨਹੀਂ ਕਰ ਸਕਦੇ, ਪਰ 56 ਦਿਨ ਕਿਸੇ ਕਾਰਨ ਕਰਕੇ ਹੀ ਬੈਠੇ ਆ। ਉਹ ਆਪਾਂ ਇੱਥੇ ਮੁਜ਼ਾਹਰੇ ਕਰ ਰਹੇ ਹਾਂ, ਬੰਦੇ ਇਕੱਠੇ ਹੋਏ ਆ, ਰੈਲੀਆਂ ਕਰ ਰਹੇ ਆ, ਕੈਨੇਡਾ ਅਮਰੀਕਾ ਹਰੇਕ ਕੰਟਰੀ ਬਾਹਰਲੀ ਜਿੱਥੇ ਵੀ ਪੰਜਾਬੀ ਭਾਈਚਾਰਾ ਵਸਿਆ ਮੁਜ਼ਾਹਰੇ ਕਰ ਰਿਹਾ। ਉਹਦੇ ਪਿੱਛੇ ਵਜ੍ਹਾ ਸਿੱਧੀ ਹੈ ਵੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ, ਵਾਪਸ ਲੈਣੇ ਚਾਹੀਦੇ। ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ, ਅਤੇ ਬਾਕੀ ਜੀ ਪੂਰਾ 100% ਸ਼ੋਰ ਆ ਵੀ ਖੇਤੀ ਬਿੱਲ ਵਾਪਸ ਹੋਣਗੇ। ਆਪਣਾ ਜਿਹੜਾ ਭਾਈਚਾਰਾ ਬਹੁਤ ਵੀ ਟਾਈਮ ਤੋਂ ਆਪਣਾ ਵੀ ਉੱਥੇ ਬੈਠਾ ਆ, ਇਹ ਬਿੱਲ ਵਾਪਸ ਕਰਾ ਕੇ ਫਿਰ ਹੀ ਛੱਡਣਗੇ, ਉੱਦਾਂ ਇਹ ਵਾਪਸ ਨਹੀਂ ਜਾਂਦੇ। ਬਸ ਜੀ ਬਿੱਲ ਤਾਂ ਵਾਪਸ ਹੋਣਗੇ ਹੀ ਹੋਣਗੇ, ਸ਼ੋਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਜੰਟ ਸਿੰਘ ਹੈ ਜੀ। ਅਸੀਂ ਕੇਂਸ ਦੇ ਰਹਿਣ ਵਾਲੇ ਹਾਂ, ਨਾਰਥ ਕੁਈਨਸਲੈਂਡ ਦੇ। ਜਿਹੜਾ ਤੁਹਾਡਾ ਸਵਾਲ ਹੈ ਵੀ ਕਾਨੂੰਨੀ ਬਿੱਲ ਰੱਦ ਹੋਣਗੇ ਕਿ ਨਹੀਂ ਹੋਣਗੇ, ਜਿੱਦਾਂ ਦਾ ਗੌਰਮੈਂਟ ਦਾ ਰਵੱਈਆ ਉਹਨੂੰ ਦੇਖਦੇ ਹੋਏ ਇਹ ਲੱਗਦਾ ਵੀ ਗੌਰਮੈਂਟ ਆਪਣੀ ਅੜੀ 'ਤੇ ਅੜੀ ਹੋਈ ਆ ਪੂਰੀ, ਵੀ ਉਹ ਕਾਨੂੰਨ ਰੱਦ ਕਰਨ ਦੇ ਕਿਸੇ ਵੀ ਮੂਡ ਵਿੱਚ ਨਹੀਂ ਹੈਗੇ। ਕਿਉਂਕਿ ਜਿਹੜੀ ਲਾਸਟ ਮੀਟਿੰਗ ਸੀ ਗੌਰਮੈਂਟ ਦੀ ਅਤੇ ਕਿਸਾਨਾਂ ਦੀ, ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਕਿਸਾਨ ਬਿੱਲ ਰੱਦ ਨਹੀਂ ਹੋਗੇ, ਹਮ ਇਸਮੇ ਸ਼ੋਧ ਕਰੇਂਗੇ। ਉਹ ਆਪਣੀ ਪਹਿਲੀ ਮੀਟਿੰਗ ਤੋਂ ਲੈ ਕੇ ਹਜੇ ਤੱਕ ਇਸ ਮੀਟਿੰਗ 'ਚ ਇਹੀ ਗੱਲ 'ਤੇ ਅੜੇ ਹੋਏ ਹੈ। ਅੱਗੇ ਦੇਖੋ ਹੁਣ ਇਸ ਅੰਦੋਲਨ ਦਾ ਸਿੱਟਾ ਕੀ ਨਿਕਲਦਾ ਜਾਂ ਕਾਨੂੰਨ ਰੱਦ ਹੁੰਦੇ ਆ ਕਿ ਇਹਨਾਂ 'ਚ ਸ਼ੋਧ ਹੁੰਦਾ। ਸਤਿ ਸ਼੍ਰੀ ਅਕਾਲ ਵੀਰੇ, ਅਤੇ ਮੇਰਾ ਨਾਮ ਗੈਰੀ ਆ। ਅਤੇ ਬਿਲਕੁਲ ਵੀਰੇ ਲੱਗਦਾ ਤਾਂ ਹੈਗਾ ਜਿੱਦਾਂ ਹੁਣ ਪੂਰਾ ਪ੍ਰੈਸ਼ਰ ਆ, ਅਤੇ ਆਪਣੀਆਂ ਸਾਰੇ ਜਥੇਬੰਦੀਆਂ ਵੀ ਪੂਰੇ ਜ਼ੋਰ 'ਤੇ ਆ, ਅਤੇ ਆਪਣਾ ਸਾਰਾ ਭਾਈਚਾਰਾ ਇੱਕ ਆ, ਅਤੇ ਮੈਂ ਤਾਂ ਹੈਗੀ ਆ ਵੀ ਪੂਰੀ ਵਾਪਸ ਹੋਣਗੇ ਜ਼ਰੂਰ। ਮੈਨੂੰ ਲੱਗਦਾ ਵੀ ਖੇਤੀ ਕਾਨੂੰਨ ਉਹਨਾਂ ਨੂੰ ਰੱਦ ਕਰਨੇ ਪੈਣੇ ਆ, ਪਰ ਚੱਕਰ ਕੀ ਆ ਵੀ ਉਹਨਾਂ ਦੀ ਇੱਜ਼ਤ ਦਾ ਸਵਾਲ ਬਣਿਆ ਪਿਆ। ਉਹਨਾਂ ਨੇ ਪਹਿਲਾਂ ਐਡੇ ਐਡੇ ਵੱਡੇ ਫੈਸਲੇ ਕੀਤੇ ਆ, ਕਸ਼ਮੀਰ ਵਾਲਾ ਕੀਤਾ ਆ, ਅਤੇ ਆਪਣੇ 3 ਤਲਾਕਾਂ ਵਾਲਾ ਬਿੱਲ ਲਿਆ ਆ। ਵੀ ਕੋਈ ਵੀ ਜੋ ਆਹ ਅੰਦੋਲਨ 'ਚ ਵਾਪਸ ਲੈਂਦੇ ਆ, ਆਪਣੇ ਕਿਸਾਨ ਬਿੱਲ ਵਾਪਸ ਲੈਂਦੇ ਆ, ਅਤੇ ਉਹਨਾਂ ਨੂੰ ਸਾਰੇ ਵਾਪਸ ਲੈਣੇ ਪੈਣੇ ਆ। ਇਸ ਗੱਲ ਦਾ ਉਹਨਾਂ ਨੂੰ ਡਰ ਆ, ਪਰ ਅੰਦਰੋਂ ਅੰਦਰ ਹੀ ਸਰਕਾਰ ਟੁੱਟੀ ਪਈ ਆ। ਆਪਣੇ ਰਾਜਸਥਾਨ ਦੇ BJP ਦੇ MLA MPਆਂ ਨੇ ਛੱਡ ਕੇ ਜਾਈ ਜਾਂਦੇ ਆ। ਕੱਲ੍ਹ ਪਰਸੋਂ ਦੀ ਗੱਲ ਆ ਵੀ ਇੱਕ ਹਰਿਆਣੇ ਦੇ MLA ਨੇ ਛੱਡੀ ਆਪਣੀ ਟਿਕਟ ਛੱਡਤੀ, ਵਾਪਸ ਲੈ ਲਿਆ। ਅਤੇ ਅੰਦਰੋਂ ਅੰਦਰ ਹੀ ਸਰਕਾਰ ਦੇ ਪੱਲੇ ਕੁਛ ਨਹੀਂ, ਪਰ ਵੀ ਇਹ ਇੱਕ ਮੋਦੀ ਦੀ ਬਹੁਤ ਵੱਡੀ ਹਾਰ ਆ। ਇਸ ਕਰਕੇ ਮੋਦੀ ਨਹੀਂ ਚਾਹੁੰਦਾ ਵੀ ਮੈਂ ਵਾਪਸ ਲੈ ਲਾਂ, ਪਰ ਉਹਨੂੰ ਅੰਦਰੋਂ ਅੰਦਰ ਹੀ ਪ੍ਰੈਸ਼ਰ ਬਹੁਤ ਆ। ਨਾਲ ਭਾਈਵਾਲ ਪਾਰਟੀਆਂ ਛੱਡੀ ਜਾਂਦੀਆਂ ਉਹਦੀਆਂ। ਨਿਤਿਸ਼ ਕੁਮਾਰ ਵੀ ਹੁਣ ਚਾਹੁੰਦਾ ਵੀ ਅੰਦਰੋਂ ਅੰਦਰ ਹੀ ਮੈਂ ਵੀ ਇਹਨਾਂ ਨੂੰ BJP ਨੂੰ ਛੱਡਦਾ। ਵੀ ਇੱਕ ਇਹ ਵੀ ਆ ਵੀ BJP ਜਿਹਦੇ ਨਾਲ ਰਲਦੀ ਆ ਉਹਨੂੰ ਖਾ ਜਾਂਦੀ ਸਾਰਿਆਂ ਨੂੰ। ਅਤੇ ਇਹ ਬਸ ਇਹੀ ਚੱਕਰ ਆ ਵੀ ਹੋਰ ਉਹਦੇ ਹੱਥ ਪੱਲੇ ਕੁਛ ਨਹੀਂ ਗਾ। ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਪੈਣੇ ਆ, ਅੱਜ ਲੈ ਲੈਣ ਕੱਲ੍ਹ ਲੈ ਲੈਣ। ਅਤੇ ਹੁਣ ਉਹਨਾਂ ਨੂੰ ਇੱਕ ਬਦਲਾ ਕਾਨੂੰਨ ਵੀ ਆਇਆ ਹੋਇਆ ਵੀ ਹਰੇਕ ਦੇ ਪੰਜਾਬੀ ਦੇ ਜਿਹੜਾ ਅੱਗੇ ਆਉਂਦਾ ਮਨੁੱਖਤਾ ਦੀ ਸੇਵਾ, ਜਦੋਂ ਤੁਸੀਂ ਦੇਖਿਆ ਹੋਣਾ ਫੇਸਬੁੱਕ 'ਤੇ ਸਾਰਿਆਂ ਦੇ ਹੈ ਨਾ, ਵੀ ਉਹਨਾਂ ਨੂੰ ਸਮਨ ਭੇਜੀ ਜਾਂਦੇ ਆ। ਇਹ ਉਹਨਾਂ ਨੇ ਬਦਲਾ ਨੀਤੀ ਬਾਅਦ 'ਚ ਕਰਨੀ ਸੀ, ਪਰ ਉਹ ਇੰਨੇ ਜ਼ਿਆਦਾ ਡੈਸਪਰੇਟ ਹੋਏ ਪਏ ਆ, ਉਹਨਾਂ ਤੋਂ ਰਿਹਾ ਹੀ ਨਹੀਂ ਗਿਆ। ਅਤੇ ਉਹ ਹੁਣ ਸਾਰਾ ਕੁਛ ਆਪਦਾ ਜ਼ੋਰ ਲਾਈ ਜਾਂਦੇ ਆ ਵੀ ਇਹ ਕਿਸੇ ਨਾ ਕਿਸੇ ਹਿਸਾਬ ਨਾਲ ਡਰ ਜਾਣੇ, ਘਰੇ ਬਹਿ ਜਾਣ। ਪਰ ਤੁਹਾਨੂੰ ਪਤਾ ਵੀ ਆਪਣੇ ਬਲੱਡ 'ਚ ਨਾ ਤਾਂ ਪਹਿਲਾਂ ਹੋਇਆ ਅਤੇ ਨਾ ਹੀ ਹੋਣਾ ਵੀ ਆਪਾਂ ਕਦੇ ਡਰ ਕੇ ਘਰੇ ਬਹਿ ਜਾਈਏ। ਇਹਨਾਂ ਨੂੰ ਵਾਪਸ ਲੈਣੇ ਹੀ ਪੈਣੇ ਆ। ਅਤੇ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਡਟੇ ਰਹੋ ਉੱਥੇ। ਵੀ ਆਪਾਂ ਲਗਭਗ ਕਿਸਾਨ ਮੋਰਚਾ ਜਦ ਫਤਿਹ ਕਰੀ ਬੈਠੇ ਹਾਂ, ਅਤੇ ਹਰਿਆਣੇ, ਪੰਜਾਬ ਅਤੇ ਹੋਰ ਸਟੇਟਾਂ ਦੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ। ਅਤੇ ਇਹੀ ਅਰਦਾਸ ਕਰਦਾ ਵੀ ਆਪਾਂ ਜਿੱਤ ਕੇ ਫਤਿਹ ਕਰਕੇ ਉੱਥੋਂ ਆਈਏ। ਮੇਰਾ ਨਾਮ ਰਾਜੇਸ਼ ਗੋਇਲ ਫਰੋਮ ਕੇਨਜ਼। ਮੈਨੂੰ ਨਹੀਂ ਲੱਗਦਾ ਵੀ ਖੇਤੀਬਾੜੀ ਕਾਨੂੰਨ ਇੰਨੀ ਜਲਦੀ ਮੋਦੀ ਵਾਪਸ ਲਊਗਾ, ਕਿਉਂਕਿ ਜੇ ਇਹ ਮੁੱਦਾ ਵਾਪਸ ਲੈਂਦਾ ਤਾਂ ਇਹਨੂੰ ਕਈ ਚੀਜ਼ਾਂ ਵਾਪਸ ਲੈਣੀਆਂ ਪੈਣਗੀਆਂ, ਜਿਵੇਂ 370 ਹੋ ਗਿਆ, 3 ਤਲਾਕ ਦਾ ਮੁੱਦਾ ਹੋ ਗਿਆ। ਪਰ ਸਾਨੂੰ ਇਹਨੂੰ ਐਜੀਟੇਸ਼ਨ ਨੂੰ ਹੋਰ ਮਜ਼ਬੂਤ ਕਰਨਾ ਪਊਗਾ, ਇਹ 'ਤੇ ਹੋਰ ਪ੍ਰੈਸ਼ਰ ਪਾਉਣਾ ਪਊਗਾ। ਮੈਨੂੰ ਨਹੀਂ ਲੱਗਦਾ ਇੰਨੀ ਈਜ਼ੀ ਇਹ ਵਾਪਸ ਲਊਗਾ, ਕਿਉਂਕਿ ਪੰਜਾਬ ਨਾਲ ਇਹਨਾਂ ਦੀ ਸਭ ਤੋਂ ਪਹਿਲੇ ਦਿਨ ਤੋਂ ਹੀ ਦੁਸ਼ਮਣੀ ਹੈਗੀ, ਅਤੇ ਪੰਜਾਬ ਨਾਲ ਵਿਤਕਰਾ ਸਾਡੇ ਨਾਲ ਪਹਿਲੇ ਦਿਨ ਤੋਂ ਹੀ ਹੁੰਦਾ ਆ ਰਿਹਾ ਗਾ।
ਇਹਨੂੰ ਉਮੀਦ ਨਹੀਂ ਸੀ ਕਿ ਪੰਜਾਬੀ ਲੋਕ ਇੰਨੀ ਹੱਦ ਤੱਕ ਲੈ ਜਾਣਗੇ। ਨਾ ਹੁਣ ਇਹਦੀ ਈਗੋ ਨੂੰ ਹਰਟ ਹੋਊਗਾ, ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਹੋਰ ਇਹ 'ਤੇ ਪ੍ਰੈਸ਼ਰ ਪਾਉਣਾ ਪਊਗਾ, ਫਿਰ ਇਹ ਮੁੱਦੇ ਵਾਪਸ ਹੋਣਗੇ, ਪਰ ਇਹਨੂੰ ਸਮਾਂ ਲੱਗੂਗਾ ਜੀ। ਗੱਲ ਜੀ ਕੇਂਸ ਪੰਜਾਬੀ ਨਿਊਜ਼ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰਾ ਕਿ ਮੈਂ ਇਨਸਵਿਲ ਦਾ ਰਹਿਣ ਵਾਲਾ, ਕੁਈਨਜ਼ਲੈਂਡ ਆਸਟ੍ਰੇਲੀਆ ਤੋਂ। ਜਿਹੜੇ ਖੇਤੀ ਦੇ ਉੱਤੇ ਬਿੱਲ ਆ ਜੀ, ਇਹ ਤਾਂ ਸਰਕਾਰ ਜ਼ਰੂਰ ਵਾਪਸ ਹੋਣਗੇ। ਜਿਸ ਹਿਸਾਬ ਨਾਲ ਆਪਣੇ ਕਿਸਾਨ ਭਾਈ ਸਾਰੇ ਲੱਗੇ ਹੋਏ ਨੇ ਅੰਦੋਲਨ ਦੇ ਵਿੱਚ, ਜ਼ੋਰਾਂ ਸ਼ੋਰਾਂ ਨਾਲ ਬੈਠੇ ਨੇ ਇੰਨੀ ਠੰਡ ਦੇ ਵਿੱਚ, ਸਰਕਾਰ ਨੂੰ ਆਪਣਾ ਡਿਸੀਜਨ ਲੈਣਾ ਹੀ ਪਊਗਾ। ਕਾਨੂੰਨ ਵਾਪਸ ਲੈਣੇ ਪੈਣੇ ਆ, ਕਿਉਂਕਿ ਇਹਨਾਂ ਕਾਨੂੰਨਾਂ ਦਾ ਕਿਸਾਨਾਂ ਨੂੰ ਕਿਸੇ ਐਂਡ 'ਤੇ ਕੋਈ ਲਾਭ ਨਹੀਂ ਹੈਗਾ। ਸਰਕਾਰ ਨੇ ਕੁਝ ਵੱਡੇ ਪੂੰਜੀਪੰਤੀ ਲੋਕਾਂ ਦੇ ਬਿਜ਼ਨਸ ਨੂੰ ਵਧਾਉਣ ਦੇ ਚੱਕਰਾਂ ਦੇ ਵਿੱਚ ਇਹ ਕਾਨੂੰਨ ਲਾਗੂ ਕੀਤੇ ਨੇ, ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਕੋਈ ਸਹਿਮਤੀ ਨਹੀਂ ਲਿੱਤੀ ਗਈ। ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਇਹ ਅੰਦੋਲਨ ਇੱਦਾਂ ਜਾਰੀ ਰੱਖਣਾ ਚਾਹੀਦਾ, ਕਿਉਂਕਿ ਸਰਕਾਰ ਨੂੰ ਇਹਦੇ ਤੋਂ ਇਲਾਵਾ ਵਾਪਸ ਲੈਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਨਜ਼ਰ ਆਉਣਾ, ਅਤੇ ਨਾ ਹੀ ਕਿਸਾਨਾਂ ਨੇ ਇਹਨਾਂ ਸਰਕਾਰ ਮੂਹਰੇ ਝੁਕਣਾ ਕਿਸੇ ਗੱਲ ਨੂੰ ਲੈ ਕੇ। ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਜੀ, ਜਿੱਥੇ ਤੱਕ ਮੇਰੀ ਸੋਚ ਕਹਿੰਦੀ ਆ ਵੀ ਸਰਕਾਰ ਜਿੰਨੀ ਛੇਤੀ ਹੋ ਸਕਦਾ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਵੇ, ਅਤੇ ਜਿਹੜੇ ਮੇਰੇ ਕਿਸਾਨ ਭਾਈ ਦਿੱਲੀ ਇੰਨੀ ਠੰਡ ਵਿੱਚ ਬੈਠੇ ਨੇ ਉਹਨਾਂ ਨੂੰ ਰਾਹਤ ਛੇਤੀ ਤੋਂ ਛੇਤੀ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ, ਇਨਸਫੈਲ ਕੁਈਨਸਲੈਂਡ ਰਹਿਣ ਵਾਲਾ। ਅੰਦੋਲਨ ਦਾ ਤਾਂ ਇਹ ਹੈ ਜੀ ਤਾਨਾਸ਼ਾਹ ਰਾਜ ਹੈ, ਇਹ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੁਝ ਵੀ ਬਣੇਗਾ। ਅੱਜ ਤੱਕ ਧੱਕਾ ਹੁੰਦਾ ਹੈ ਤੇ ਧੱਕਾ ਹੀ ਹੋਵੇਗਾ। ਦੇਖੋ ਜੀ, ਵੱਡੇ ਵੱਡੇ ਦੇਸ਼ਾਂ 'ਚ ਸਿਵਲ ਵਾਰ ਹੋਏ ਆ, ਇਸੇ ਚੀਜ਼ 'ਚ ਹੀ ਹੋਏ ਆ। ਆਪਣੇ ਦੇਸ਼ ਨੇ ਤਾਂ ਦੇਖਿਆ ਪਹਿਲਾਂ 84 ਵੇਲੇ ਕੀ ਹੋਇਆ ਸੀ, ਗੁਜਰਾਤ 'ਚ ਕੀ ਹੋਇਆ। ਇੱਦਾਂ ਦਾ ਹੀ ਮਾਹੌਲ ਬਣੇਗਾ, ਲੋਕ ਮਰਨਗੇ, ਮਾਵਾਂ ਦੇ ਪੁੱਤ ਜਾਣਗੇ, ਸਰਕਾਰ ਦਾ ਕੁਝ ਨਹੀਂ ਜਾਣਾ। ਦੇਖੋ ਜੀ, ਸਰਕਾਰ ਹੁਣ 56 ਦਿਨ ਹੋ ਗਿਆ, ਉਹਨਾਂ ਨੂੰ ਪਹਿਲੇ ਹੀ ਕਰ ਦੇਣੇ ਚਾਹੀਦੇ ਸੀ ਇਹ, ਪਰ ਉਹ ਕਿਤੇ ਨਾ ਕਿਤੇ ਜਿਹੜੀਆਂ ਖਬਰਾਂ ਆਪਾਂ ਵੀ ਸੁਣਦੇ ਹਾਂ, ਚਾਲਾਂ ਚੱਲ ਰਹੀ ਆ ਕਿਸੇ ਤਰੀਕੇ ਇਹ ਅੰਦੋਲਨ ਨੂੰ ਫੇਲ ਕਰ ਦਿੱਤਾ ਜਾਵੇ। ਪਰ ਕਿਸਾਨ ਭਾਈਚਾਰਾ ਜਿਹੜਾ ਉੱਥੇ ਸਾਡਾ ਬੈਠਾ, ਜਿਹੜਾ ਵੀ ਭਾਈਚਾਰਾ ਸਾਡਾ ਪੰਜਾਬੀ ਭਾਈਚਾਰਾ ਬੈਠਾ, ਰਾਜਸਥਾਨ ਦੇ ਭਾਈਚਾਰਾ ਬੈਠਾ, ਹਰਿਆਣੇ ਦੇ ਲੋਕ ਬੈਠੇ, ਜਾਂ ਥਰੂ ਆਊਟ ਇੰਡੀਆ ਦੇ ਹੋਰ ਸਟੇਟਾਂ ਦੇ ਲੋਕ ਆ ਕੇ ਯੂਪੀ MP ਤੱਕ ਮੁਜ਼ਾਹਰੇ ਹੋ ਰਹੇ ਆ, ਉਹਨੇ ਸਾਰਿਆਂ ਲੋਕਾਂ ਦਾ ਧੰਨਵਾਦ ਬਣਦਾ ਕਿ ਬੜੇ ਹੀ ਪੀਸਫੁਲ ਤਰੀਕੇ ਦੇ ਨਾਲ ਉੱਥੇ ਮੁਜ਼ਾਹਰਾ ਕਰ ਰਿਹਾ। ਉਹ ਜੇ ਮਾੜੀ ਮੋਟੀ ਵੀ ਵਾਰਦਾਤ ਹੁੰਦੀ ਹੈ, ਸਰਕਾਰ ਦਾ ਚਾਹੁੰਦੀ ਹੈ ਕਿ ਲੋਕ ਮਾੜੇ ਮੋਟੇ ਵੀ ਹਿੰਸਾ ਜਾਂ ਭੜਕੇ ਇੱਥੇ, ਅਤੇ ਅਸੀਂ ਇਹਨੂੰ ਅੰਦੋਲਨ ਨੂੰ ਭੰਗ ਕਰ ਦਈਏ, ਰੱਦ ਕਰ ਦਈਏ ਕਿਸੇ ਤਰੀਕੇ ਨਾਲ। ਪਰ ਵਧੀਆ ਪੀਸਫੁਲ ਤਰੀਕੇ ਨਾਲ ਹੀ ਇਹ ਪ੍ਰੋਟੈਸਟ ਜਿਹੜਾ ਕਿ ਚੱਲ ਰਿਹਾ, ਅਤੇ ਇੱਦਾਂ ਹੀ ਚੱਲਣਾ ਚਾਹੀਦਾ, ਅਤੇ ਸਰਕਾਰ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਫਾਇਦਾ ਤਾਂ ਸ਼ਾਂਤੀਮਈ ਕਰਾਉਂਦਾ ਆ। ਆਪਾਂ 84 ਵੀ ਦੇਖੀ ਆ, 47 ਵੀ ਦੇਖੀ ਆ, ਵੀ ਇੰਨੇ ਆਪਾਂ ਸੰਤਾਪ ਹੰਢਾਏ ਆ, ਵੀ ਉਹ 'ਚ ਕੋਈ ਫਾਇਦਾ ਨਿਕਲਦਾ ਨਹੀਂ ਗਾ। ਅਤੇ ਆਪਣੇ ਪੰਜਾਬ ਦਾ ਘਾਣ ਜ਼ਿਆਦਾ ਹੁੰਦਾ ਆ। ਪੰਜਾਬ ਤੋਂ ਤਾਂ ਸ਼ੁਰੂ ਤੋਂ ਬਣਦੀ ਨਹੀਂ ਆਈ, ਵੀ ਦਿੱਲੀ 'ਚ ਤਾਂ ਪਹਿਲਾਂ ਤੋਂ ਨਹੀਂ ਬਣੀ, ਪਰ ਹੁਣ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ, ਸ਼ਾਂਤੀਪੂਰਵਕ ਆਪਣੇ ਲੀਡਰ ਅੱਗੇ ਲੱਗੇ ਹੋਏ ਆ, ਵੀ ਉਹਨਾਂ ਨੂੰ ਵੀ ਸਲੂਟ ਬਣਦਾ ਵੀ ਇੰਨੇ ਸ਼ਾਂਤੀਪੂਰਨ ਹੁੰਦੇ ਵੀ ਐਡਾ ਵੱਡਾ ਅੰਦੋਲਨ ਕੀਤਾ ਵੀ ਜਿਹੜਾ ਅੱਜ ਤੱਕ ਹੋਇਆ ਨਹੀਂ ਸੀਗਾ। ਮੈਨੂੰ ਇਹੀ ਉਮੀਦ ਆ ਵੀ ਆਪਾਂ ਸ਼ਾਂਤੀਪੂਰਨ ਜਿੱਤ ਲਾਂਗੇ। ਮੈਨੂੰ ਲੱਗਦਾ ਉਹ ਹੁਣ ਪੰਜਾਬ ਨਾਲ ਆਪਣੀ ਦੁਸ਼ਮਣੀ ਕੱਢਣਗੇ, ਡਾਇਰੈਕਟ ਇਨਡਾਇਰੈਕਟ ਵੇ। ਸਾਡੇ ਮਤਲਬ ਪਹਿਲਾਂ ਆਲਰੇਡੀ ਇਹਨਾਂ ਨੇ ਸ਼ੁਰੂ ਕਰ ਦਿੱਤਾ, ਜਿਹੜੇ ਬੰਦੇ ਅੰਦੋਲਨ 'ਚ ਸ਼ਾਮਲ ਆ ਉਹਨਾਂ 'ਤੇ ਕੇਸ ਦੇਸ਼ ਧਰੋਹ ਦੇ, ਜਾਣੀ ਕਿ ਉਹਨਾਂ ਨੇ ਧਾਰਾਵਾਂ ਲਾਗੂ ਸ਼ੁਰੂ ਕਰਤੀਆਂ। ਪੰਜਾਬ 'ਤੇ ਮੈਨੂੰ ਨਹੀਂ ਲੱਗਦਾ ਵੀ ਇਹ ਸਿੱਧੇ ਜਾਣਗੇ, ਪੰਜਾਬ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਇਹ ਉਂਗਲ ਟੇਢੀ ਕਰਨਗੇ ਹੀ, ਜਿਹੜਾ ਕਿ ਆਉਣ ਵਾਲਾ ਸਮਾਂ ਹੀ ਦੱਸੂ। ਹਾਲਾਤਾਂ ਦੇ ਹਿਸਾਬ ਨਾਲ ਲੱਗਦਾ ਵੀ ਸ਼ਾਂਤਮਈ ਹੋਊਗਾ, ਕਿਉਂਕਿ ਜਿਹੜੇ ਹਿਸਾਬ ਨਾਲ ਆਪਣੇ ਲੀਡਰ ਇਸ ਅੰਦੋਲਨ ਨੂੰ ਲੀਡ ਕਰ ਰਹੇ ਆ, ਅਤੇ ਜਿਹੜੇ ਹਿਸਾਬ ਨਾਲ ਆਪਣਾ ਯੂਥ ਆਪਣੇ ਲੀਡਰਾਂ ਦੀ ਗੱਲ ਮੰਨ ਰਿਹਾ, ਕਿਉਂਕਿ ਅਸੀਂ ਹਿੰਸਾ ਦੇ ਵਿੱਚ ਪਹਿਲਾਂ ਵੀ ਕੁਝ ਨਹੀਂ ਖੱਟਿਆ, ਅਤੇ ਨਾ ਹੀ ਸਾਨੂੰ ਲੱਗਦਾ ਕੁਝ ਖੱਟਾਂਗੇ, ਅਤੇ ਅਸੀਂ ਉਮੀਦ ਕਰਦੇ ਹਾਂ ਵੀ ਇਸ ਅੰਦੋਲਨ ਦਾ ਜਿਹੜਾ ਵੀ ਤੱਤ ਹੈ ਉਹ ਸ਼ਾਂਤਮਈ ਨਿਕਲੇ। ਮੇਰੇ ਹਿਸਾਬ ਨਾਲ ਤਾਂ ਜੀ, ਜਿੱਥੇ ਤੱਕ ਮੇਰੀ ਸੋਚ ਕਹਿੰਦੀ ਆ ਵੀ ਸਰਕਾਰ ਜਿੰਨੀ ਛੇਤੀ ਹੋ ਸਕਦਾ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਵੇ, ਅਤੇ ਜਿਹੜੇ ਮੇਰੇ ਕਿਸਾਨ ਭਾਈ ਦਿੱਲੀ ਇੰਨੀ ਠੰਡ ਵਿੱਚ ਬੈਠੇ ਨੇ ਉਹਨਾਂ ਨੂੰ ਰਾਹਤ ਛੇਤੀ ਤੋਂ ਛੇਤੀ ਦਿੱਤੀ। ਦੇਖੋ ਜੀ, ਜਿਹੜੇ ਕਿਸਾਨ ਨੇ ਇਹ 1.5-2 ਮਹੀਨੇ ਤੋਂ ਉੱਥੇ ਬੜੇ ਹੀ ਸ਼ਾਂਤ ਸੁਭਾਅ ਦੇ ਨਾਲ ਆਪਣਾ ਪ੍ਰੋਟੈਸਟ ਜਾਰੀ ਕਰੀ ਬੈਠੇ ਨੇ, ਔਰ ਮੈਨੂੰ ਨਹੀਂ ਲੱਗਦਾ ਵੀ ਕਿਸਾਨਾਂ ਨੂੰ ਕੋਈ ਸ਼ਰਾਰਤ ਕਿਸਾਨਾਂ ਵਾਲੇ ਪਾਸਿਓਂ ਹੋਊਗੀ, ਕਿਉਂਕਿ ਬਜ਼ੁਰਗ ਮਾਵਾਂ ਭੈਣਾਂ ਸਾਰੀਆਂ ਉੱਥੇ ਬੈਠੀਆਂ ਹੋਣ ਸਾਰੀਆਂ ਉਹਨਾਂ ਦੇ ਨਾਲ ਨੇ, ਅਤੇ ਉਹਨਾਂ ਮਾਵਾਂ ਭੈਣਾਂ ਦੇ ਨਾਲ ਹੋਣ ਕਰਕੇ ਕਿਸਾਨ ਭਾਈ ਇਸ਼ਾਰੇ ਵੱਲੋਂ ਕੋਈ ਵੀ ਇੱਦਾਂ ਦੀ ਹਰਕਤ ਨਹੀਂ ਕੀਤੀ ਜਾਊਗੀ। ਹਾਂ, ਕੋਈ ਸਰਕਾਰ ਵੱਲੋਂ ਕੋਈ ਆਪਣੇ ਬੰਦੇ ਭੇਜ ਕੇ ਜਾਂ ਕੋਈ ਆਪਣੇ ਮਤਲਬ ਕਿ ਜਸੂਸ ਭੇਜ ਕੇ ਕੋਈ ਸ਼ਰਾਰਤ ਕਰਨ ਦਾ ਕੋਸ਼ਿਸ਼ ਕੀਤੀ ਜਾਵੇ, ਤਾਂ ਉਹਨਾਂ ਨੂੰ ਉਸ ਚੀਜ਼ ਨੂੰ ਮੀਡੀਆ ਨੂੰ ਬੜੇ ਵਧੀਆ ਤਰੀਕੇ ਨਾਲ ਦੇਖਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਵੀ ਕਿਸਾਨ ਵੱਲੋਂ ਕੋਈ ਵੀ ਇੱਦਾਂ ਦੀ ਹਰਕਤ ਕੀਤੀ ਜਾਊਗੀ, ਕਿਉਂਕਿ ਉਹ ਅੱਜ ਤੱਕ ਬੜੇ ਸ਼ਾਂਤਮਈ ਨਾਲ 1.5-2 ਮਹੀਨੇ ਤੋਂ ਉੱਥੇ ਪ੍ਰੋਟੈਸਟ ਕਰ ਰਹੇ ਆ, ਅਤੇ ਗਾਂ ਵੀ ਇੱਦਾਂ ਹੀ ਕਰਨਗੇ। ਕੁਝ ਕਹਿ ਨਹੀਂ ਸਕਦੇ ਐਗਜ਼ੈਕਟਲੀ, ਕਿਉਂਕਿ ਦੇਖੋ ਬਾਕੀ ਪੂਰਾ ਜ਼ੋਰ ਤਾਂ ਹੈਗਾ ਕਿ ਸ਼ਾਂਤਮਈ ਹੋਣਗੇ,
ਤੇ ਬਾਕੀ ਦੇਖੋ ਵੀ ਹੁਣ ਕੁਝ ਕਹਿ ਨਹੀਂ ਸਕਦੇ ਪ੍ਰੋਪਰ। ਸ਼ਾਂਤਮਈ ਤਰੀਕੇ ਦੇ ਨਾਲ ਹੀ ਹੋਣਗੇ, ਮਤਲਬ ਕੋਈ ਨਹੀਂ ਜਿੱਦਾਂ ਪੀਸਫੁਲੀ ਬੈਠੇ ਆ ਉੱਦਾਂ ਹੀ ਇਹ ਸਾਰਾ ਕੰਮਕਾਰ ਹੋਊਗਾ। ਹੁਣ ਕਿਉਂਕਿ ਉਹ ਤੇ ਲੌਂਗ ਟਾਈਮ ਲਈ ਆਏ, ਉਹ ਕੋਈ 2-4 ਮਹੀਨੇ ਲਈ ਨਹੀਂ ਆਏ ਕਿ ਮਤਲਬ 2-4 ਮਹੀਨੇ ਲਈ ਆਪਾਂ ਬਹਿ ਕੇ ਤੇ ਆਪਾਂ ਚੱਲ ਜਾਣਾ। ਉਹ ਤਾਂ ਲੌਂਗ ਟਾਈਮ ਆ, ਮੰਨ ਲਓ 5 ਸਾਲ ਦੀ ਸਰਕਾਰ ਆ, ਜੇ ਉਹ ਲੌਂਗ ਟਾਈਮ ਬਹਿ ਜਾਣਗੇ ਤਾਂ ਫਿਰ ਉਹ ਸਰਕਾਰ ਹੀ ਜਦੋਂ ਡਿੱਗ ਜੂ ਫਿਰ ਉਹ ਕੀ ਕਰਨਗੇ? ਉਹਨਾਂ ਨੂੰ ਤਾਂ ਕਰਨਾ ਹੀ ਪੈਣਾ, ਜੋ ਮਰਜ਼ੀ ਹੋ ਜੇ। ਇਹ ਜਿਹੜੇ ਬਿੱਲ ਆ ਇਹ ਵਾਪਸ ਹੋਣੇ ਹੀ ਹੋਣੇ। ਦੇਖੋ ਭਾਜੀ, ਜਦੋਂ ਹਾਂਜੀ ਦੇਖੋ ਭਾਈ, ਜਿਹੜੇ ਬੰਦਿਆਂ ਤੇ ਕੇਸ ਹੋਏ ਆ ਉਹ ਜਦੋਂ ਪਹਿਲੇ ਦਿਨ ਤੋਂ ਲੱਗੇ ਆ, ਜਿਵੇਂ ਤੁਸੀਂ ਦੀਪ ਸਿੱਧੂ ਲਾ ਲਓ, ਖਾਲਸਾ ਏਡ ਲਾ ਲਓ, ਜਦੋਂ ਬੰਦੇ ਇਹਨਾਂ ਕੰਮਾਂ ਦੇ ਵਿੱਚ ਤੁਰਦੇ ਆ ਉਹਨਾਂ ਨੂੰ ਪਤਾ ਹੁੰਦਾ ਸਾਡੇ ਤੇ ਕੇਸ ਕੋਈ ਨਾ ਕੋਈ ਹੋਏਗਾ। ਸਿਰਫ ਇਹ ਕੇਸ ਕਰਕੇ ਉਹ ਲੱਗਦਾ ਵੀ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਆਗੂਆਂ ਨੂੰ, ਪਰ ਮੈਨੂੰ ਨਹੀਂ ਲੱਗਦਾ ਉਹ ਇਸ ਤਰੀਕੇ ਨਾਲ ਦੱਬੇ ਜਾਣਗੇ, ਕਿਉਂਕਿ ਦੀਪ ਸਿੱਧੂ ਆਪ ਇੱਕ ਚੰਗਾ ਵਕੀਲ ਹੈ ਤੇ ਉਸ ਤੋਂ ਬਾਅਦ ਖਾਲਸਾ ਏਡ ਵਰਗੀ ਟੀਮ ਆ, ਅਮਨਪ੍ਰੀਤ ਸਿੰਘ ਜਿਹੜਾ ਖਾਲਸਾ ਏਡ ਇੰਡੀਆ ਦਾ ਹੈੱਡ ਹੈ ਉਹਦੇ ਤੇ ਕੇਸ ਕੀਤਾ। ਸੋ ਇਹ ਸਾਰੇ ਬੇਬੁਨਿਆਦ ਨੇ, ਇਹਨਾਂ ਦਾ ਕੁਝ ਨਹੀਂ ਬਣਨਾ ਤੇ ਨਾ ਹੀ ਲੱਗਦਾ ਵੀ ਇਹਦੇ 'ਚ ਉਹ ਦਬਾਅ 'ਚ ਆਉਣਗੇ, ਕਿਉਂਕਿ ਜਿਹੜੇ ਬੰਦੇ ਆਪਣੇ ਘਰੋਂ ਪਹਿਲਾਂ ਹੀ ਤੁਰ ਚੁੱਕੇ ਨੇ ਉਹ ਕੇਸਾਂ ਦੀ ਪਰਵਾਹ ਨਾ ਕਰਦੇ ਹੋਏ ਅੰਦੋਲਨ ਨੂੰ ਜਾਰੀ ਰੱਖਣਾ ਚਾਹੁੰਦੇ ਨੇ। ਇਹ ਬੀਜੇਪੀ ਸਰਕਾਰ ਆਪਣੇ ਬਿੱਲ ਵਾਪਸ ਲੈਂਦੀ ਹੈ, ਨੋ ਡਾਊਟ ਇਹਦੇ 'ਚ ਉਹਨਾਂ ਦੀ ਬੇਇੱਜ਼ਤੀ ਤਾਂ ਹੋਊਗੀ ਬਹੁਤ ਤਗੜੀ, ਕਿਉਂਕਿ ਜੇ ਆਪਾਂ ਵੇਖੀਏ ਜਿਹੜੇ ਪਿਛਲੇ ਬਿੱਲ ਜਿੰਨੇ ਵੀ ਆਏ ਨੇ, GST ਨਾਲ ਵਪਾਰੀ ਤਬਕਾ ਖਤਮ ਹੋ ਗਿਆ, ਨੋਟਬੰਦੀ ਨਾਲ ਲੋਕਲ ਮਾਰਕੀਟਸ ਖਤਮ ਹੋ ਗਈਆਂ, ਜੇ ਇਹ ਕਿਸਾਨ ਬਿੱਲ ਵੀ ਲਾਗੂ ਹੋ ਗਏ ਤਾਂ ਉੱਥੇ ਲੋਕਲ ਮਾਰਕੀਟ ਰਹਿ ਨਹੀਂ ਜਾਣੀ, ਕਿਉਂਕਿ ਇੱਕ ਕਿਸਾਨ ਇਹੋ ਜਿਹਾ ਬੰਦਾ ਹੈ ਜਿਹੜਾ ਹੋਲਸੇਲ ਤੇ ਵੇਚਦਾ ਹੈ ਤੇ ਖਰੀਦਦਾ ਰਿਟੇਲ 'ਚ, ਦਾ ਮਤਲਬ ਵੀ ਉਹ ਲਾਉਂਦਾ ਤਾਂ ਸਾਰੇ ਪੈਸੇ ਲੋਕਲ ਮਾਰਕੀਟ 'ਚ ਹੈ। ਤੇ ਇਹਦੇ ਨਾਲ GST ਵੀ ਪਹਿਲਾਂ ਖਤਮ ਹੋਈ, 370 ਜਿਹੜੀ ਇਹਨਾਂ ਕਸ਼ਮੀਰ 'ਚੋਂ ਖਤਮ ਹੋਈ। ਬਿੱਲ ਤਾਂ ਚੱਜ ਦਾ ਇਹਨਾਂ ਨੇ ਕੋਈ ਵੀ ਨਹੀਂ ਲਿਆਂਦਾ, ਬਸ ਇਹ ਇਸੇ ਕਰਕੇ ਚੱਲੀ ਜਾਂਦੇ ਆ ਵੀ ਇਹਨਾਂ ਕੋਲ ਬਹੁਮਤ ਹੈ। ਪਰ ਇਹਦੇ 'ਚ ਹੁਣ ਗੱਲ ਵੇਖਣ ਵਾਲੀ ਇਹ ਹੈ ਵੀ ਜਿਹੜੀ ਨੈਕਸਟ ਇਲੈਕਸ਼ਨਸ ਹੈ ਉਹਦੇ 'ਚ ਲੋਕਾਂ 'ਚ ਕਿੰਨੀ ਕੁ ਜਾਗਰੂਕਤਾ ਆਉਂਦੀ ਆ, ਵੀ ਉਹ ਦੇਖਦੇ ਨੇ ਕਿ ਨਹੀਂ ਦੇਖਦੇ ਵੀ ਸਰਕਾਰ ਸਾਡੇ ਹੱਕ 'ਚ ਕੰਮ ਕਰਦੀ ਹੈ ਕਿ ਨਹੀਂ ਕਰਦੀ। ਜਿਹੜਾ ਮੋਦੀ ਦਾ ਪੋਲੀਟੀਕਲ ਕਰੀਅਰ ਹੈ ਉਹ ਤਾਂ ਚਲੋ ਖਤਰੇ 'ਚ ਤਾਂ ਕੀ ਹੋਣਾ, ਉਹ ਬੰਦਾ ਤਾਂ ਪਹਿਲਾਂ ਹੀ ਕ੍ਰਿਮੀਨਲ ਆ, ਉਹਨੂੰ ਤਾਂ ਕੀ ਫਰਕ ਪੈਣਾ। ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਇੰਡੀਆ ਦਾ ਵੀ ਆਲਰੇਡੀ ਅਕਿਊਜ਼ਡ ਹੈ ਉਹ ਗੁਜਰਾਤ ਰਾਈਟਸ ਤੇ। ਹਾਂਜੀ, ਤੇ ਦੇਖੋ ਹੁਣ ਜੇ ਰੱਦ ਹੁੰਦੇ ਆ ਓਬਵੀਅਸਲੀ ਫਰਕ ਤਾਂ ਪਊਗਾ ਇਹਦੇ ਨਾਲ। ਕੁਛ ਕੁ ਸਿੰਗਰਾਂ ਨੇ ਪਹਿਲਾਂ ਜਿਹੜੇ ਵਧਾਈ ਦੇ ਪਾਤਰ ਗਏ ਮੁਜ਼ਾਹਰੇ ਕੀਤੇ ਜਾਂ ਉਹਨਾਂ ਨੇ ਰੈਲੀਆਂ ਕੀਤੀਆਂ, ਉੱਥੋਂ ਚੱਲਿਆ ਇਹ ਤੇ ਅੱਜ ਇਹ ਬਹੁਤ ਤਕੜਾ ਕਾਫਲਾ ਬਣ ਚੁੱਕਿਆ। ਪਰ ਸਰਕਾਰ ਨੇ ਆਪਦੇ ਹਰੇਕ ਹੱਥਕੰਡੇ ਵਰਤਣੇ ਆ, ਉਹਨਾਂ ਨੇ ਬੰਦੇ ਚੱਕਣੇ ਆ, ਉਹਨਾਂ ਤੇ ਪਰਚੇ ਕਰਨੇ ਆ ਕਿਸੇ ਨਾ ਕਿਸੇ ਤਰੀਕੇ ਨਾਲ, ਵੀ ਜਿਹੜੇ ਲੋਕ ਜੁੜ ਰਹੇ ਆ ਗਾਹਾਂ ਲੋਕ ਨਾ ਜੁੜਨ। ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਲੋਕ ਪਿੱਛੇ ਹਟਣ ਵਾਲੇ ਹੈ ਨਹੀਂ ਗੇ, ਇਹਨਾਂ ਦੇ ਪਰਚੇ ਜਿੰਨੇ ਮਰਜ਼ੀ ਪਾ ਲਓ। ਇਹ ਫਾਂਸੀਆਂ ਤੇ ਪਹਿਲਾਂ ਹੀ ਚੜ੍ਹ ਗਏ, ਐਗਜ਼ਾਮਪਲਾਂ ਸਾਡੇ ਸਾਹਮਣੇ ਗਈਆਂ ਵੀ ਇਹਨਾਂ ਪਰਚਿਆਂ ਨੇ ਕੁਛ ਨਹੀਂ ਕਰਨਾ, ਜਿੰਨੇ ਮਰਜ਼ੀ ਪਾਈ ਜਾਣ, ਉਹ ਚਾਹੇ ਫਿਊਚਰ 'ਚ ਪਾਈ ਜਾਣੇ, ਬੰਦੇ ਨਹੀਂ ਪਿੱਛੇ ਹਟਣਗੇ ਇੱਦਾਂ। ਓਕੇ, ਉਹ ਹੁਣ ਪੰਜਾਬ ਨਾਲ ਆਪਣੀ ਦੁਸ਼ਮਣੀ ਕੱਢਣਗੇ, ਡਾਇਰੈਕਟ ਇਨਡਾਇਰੈਕਟ ਵੇ। ਸਾਡੇ ਮਤਲਬ ਪਹਿਲਾਂ ਆਲਰੇਡੀ ਇਹਨਾਂ ਨੇ ਸ਼ੁਰੂ ਕਰ ਦਿੱਤਾ, ਜਿਹੜੇ ਬੰਦੇ ਅੰਦੋਲਨ 'ਚ ਸ਼ਾਮਲ ਆ ਉਹਨਾਂ 'ਤੇ ਕੇਸ ਦੇਸ਼ ਧਰੋਹ ਦੇ, ਜਾਣੀ ਕਿ ਉਹਨਾਂ ਨੇ ਧਾਰਾਵਾਂ ਲਾਗੂ ਸ਼ੁਰੂ ਕਰਤੀਆਂ। ਪੰਜਾਬ 'ਤੇ ਮੈਨੂੰ ਨਹੀਂ ਲੱਗਦਾ ਵੀ ਇਹ ਸਿੱਧੇ ਜਾਣਗੇ, ਪੰਜਾਬ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਇਹ ਉਂਗਲ ਟੇਢੀ ਕਰਨਗੇ ਹੀ, ਜਿਹੜਾ कि आने वाला समय दसूगा। थैंक यू जी। मेरा नाम है दौलत सिंह पनवार और मैं हूँ उत्तराखंड से। अभी कैंस में रहता हूँ और स्पाइसी बाइट इंडियन रेस्टोरेंट रन करता हूँ, ठीक है जी। तो जो मेरे हिसाब से अगर देखा जाए तो अगर इनका है तो मुझे लगता नहीं कि ये पीसफुली होगा, क्योंकि पहले भी इतने आंदोलन हुए हैं। जब हमारा उत्तराखंड बना था तो हमने भी बहुत कुर्बानियाँ दी हैं, ठीक है ना। इस चीज़ के लिए तो जो ये चीज़ें हैं ये तो इतनी जल्दी सॉल्व होने वाली है नहीं, क्योंकि आज अगर आप ये नहीं कहते हो कि मैं पंजाब या हरियाणा या कोई भी है, जितने भी पूरा देश है, आज सारे देश वाले खड़े हो रखे हैं, ठीक है कि नहीं। सबसे ज़्यादा नुकसान जो है हमारे पहाड़ों को भी होता है, क्योंकि वहाँ से जो खेती बाड़ी होती है वो सारे शहरों में ही आती है। और सबसे ज़्यादा नुकसान ना तो हमारे पास पानी है वहाँ पे, ठीक है, 100 परिवार है गाँव का, लेकिन उनके पास सबके पास पानी है, सिर्फ हमारा एक जो है हमारे पास पानी नहीं है, ठीक है। लेकिन सरकार ने आज तक वहाँ पे कुछ किया नहीं है, ना कोई हॉस्पिटल है ना कुछ भी नहीं है। हम लोग भी जो हैं कि किसान हैं, ठीक है, हमारे मम्मी पापा भी सब किसान ही थे, किसान ही फैमिली से आए हैं। मैं पंजाब में भी रहा हूँ काफ़ी साल, मैंने देखा है पंजाब को, ठीक है ना, बहुत बढ़िया था। 92 में जब मैं गया था तब वहाँ पे मतलब पंजाब एक ऐसा स्टेट है जो इंसान कभी भूखा नहीं मर सकता वहाँ पे, ठीक है ना, सबसे ज़्यादा वेल सेटल। लेकिन आज की डेट में जो हो रहा है वो बहुत ही दुखदायक चीज़ें हैं, क्योंकि ऐसा होना नहीं चाहिए। क्योंकि हमारे चाहे कुछ भी आज हम लोग यहाँ बैठे हैं तो उन्हीं की वजह से बैठे हैं, वो लोग पीछे बैक एंड में तो हमारी मतलब उससे सपोर्ट है, लेकिन अगर वहाँ पे भी नहीं होगा फिर हम कहाँ जाएंगे, ठीक है ना। आज अगर हम यहाँ ऑस्ट्रेलिया में बैठे हैं तो वो सिर्फ सरकार की नाकामी की वजह से बैठे हैं, कोई अपनी खुशी से कोई भी इस शहर में आना नहीं चाहता है। और जितनी मेहनत हम यहाँ लोग करते हैं उतनी मेहनत हम इंडिया में भी करते थे, लेकिन चक्कर ये कि वहाँ कुछ होता नहीं है, ठीक है। वहाँ हमारी कोई
देख रेख नहीं होती है, कोई मेडिकल सुविधा नहीं है, कोई स्कूल नहीं है। मैं खुद जो है खुद पढ़ाई इसलिए नहीं कर पाया क्योंकि वहाँ पे कोई ऐसी सुविधा है ही नहीं है। अगर कहने के लिए तो सारी सरकारें आती हैं, सारी सरकारें जाती हैं, लेकिन वहाँ पे कोई भी फैसिलिटीज़ है ही नहीं है। कभी आप पहाड़ों में जाओ, देखो वहाँ की ज़िंदगी कैसी है। मेरी माँ खुद वो बेचारी बिना इलाज के ही मर गई क्योंकि वहाँ पे था ही कुछ नहीं, ठीक है ना। क्योंकि वहाँ से 1 घंटा लगता है मंसूरी आने के लिए, मंसूरी में भी हॉस्पिटल नहीं है, फिर वो देहरादून आते हैं, देहरादून में इतना लूटते हैं कि लोग परेशान हो जाते हैं, ठीक है ना। हर आदमी का दुख दर्द अलग है, लेकिन हर कोई समझता नहीं है उस चीज़ को, ठीक है ना। लेकिन मैं तो यही कहूँगा, चाहे वो कोई भी हो सरकार में, चाहे वो मोदी हो, डजंट मैटर, उससे कोई फ़र्क नहीं पड़ता। हमें तो एक अच्छी सरकार चाहिए जो अच्छी तरीके से चलाए उसको। तो अगर ये बिल पास हटवाना है इसको, तो सबको एकता से चलना पड़ेगा। सारे जितने पंजाबी भाई हैं, चाहे हरियाणा से हैं, चाहे उत्तराखंड से हैं, चाहे कहीं से भी हैं, ठीक है ना, सब जगह एक, क्योंकि हर आदमी कोई ना कोई आदमी खेती से जुड़ा हुआ है, चाहे वो कहीं भी रहता, चाहे वो शहर में रहे, चाहे वो गाँव में रहे। हम लोग सब खेती बाड़ी से जुड़े हुए हैं। हमारी खुद की खेती है, लेकिन वहाँ पे भी कुछ होता नहीं है, ना तो पानी है ना कुछ है, और हमें कोई सुविधा भी नहीं दी गई। आज हमारा पूरा जो गांव है वो सब एक तरफ है और हम लोग एक तरफ हैं, और सरकार ने कहा कि भाई चलो भाई ठीक है पानी है, लेकिन वो देने के लिए राज़ी नहीं है, ठीक है। और बहुत बार ऐसा हुआ है, लेकिन क्या करें, अभी मुश्किल तो है सबके लिए, लेकिन हमें अगर लड़ेंगे नहीं तो फिर जीतेंगे कैसे। तो सबसे बड़ी बात है कि लड़ना हमारा हक है और अधिकार भी है, उससे हमें कोई नहीं छीन सकता। मैं ਸਾਰੇ ਪੰਜਾਬੀਆਂ ਨੂੰ, ਸਾਰੇ ਇੰਡੀਅਨ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਸਾਰੇ ਜਾਣੇ ਇਕੱਠੇ ਹੋ ਜਾਓ। ਅੱਜ ਇਹ ਪੰਜਾਬ ਦਾ ਮੁੱਦਾ ਨਹੀਂ, ਅੱਜ ਇਹ ਮੁੱਦਾ ਸਾਡੀ ਹੋਂਦ ਦਾ ਗਾ, ਸਾਡੀ ਆਜ਼ਾਦੀ ਦਾ ਮੁੱਦਾ ਗਾ। ਜੇ ਅੱਜ ਅਸੀਂ ਇਕੱਠੇ ਨਹੀਂ ਹੋਏ ਤਾਂ ਸਾਡੇ ਤੇ ਇਹੋ ਜਿਹੇ ਕਾਨੂੰਨ ਇਨ ਦਾ ਫਿਊਚਰ ਥੋਪੇ ਜਾਣਗੇ, ਸਾਨੂੰ ਗੁਲਾਮਾਂ ਦੀ ਤਰ੍ਹਾਂ ਟਰੀਟ ਕੀਤਾ ਜਾਊਗਾ। ਇਹ ਨਾ ਸੋਚੋ ਵੀ ਅੱਜ ਇਹ ਪੰਜਾਬੀਆਂ ਦਾ ਮੁੱਦਾ ਜਾਂ ਕਿਸਾਨਾਂ ਦਾ ਮੁੱਦਾ, ਇਹ ਹਰ ਇੱਕ ਇੰਡੀਅਨ ਦਾ ਮੁੱਦਾ ਗਾ। ਸਾਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ, ਇਸ ਬਿੱਲ ਦਾ ਵਿਰੋਧ ਕਰਨਾ ਚਾਹੀਦਾ। ਥੈਂਕ ਯੂ।